ਆਮ ਆਦਮੀ ਪਾਰਟੀ ਦਾ ਸੱਤਾ ਦੇ ਵਿੱਚ ਆਇਆ ਹੋਇਆ 1 ਸਾਲ ਪੂਰਾ ਹੋ ਚੁੱਕਿਆ ਹੈ। ਇਸੇ ਦੇ ਨਾਲ ਇਤਫਾਕਨ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਦਾ ਪਹਿਲਾ ਪੂਰਨ ਬਜਟ ਜਾਰੀ ਕੀਤਾ ਗਿਆ ਹੈ। ਇਹ ਬਜਟ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਰੱਖਿਆ ਗਿਆ ਹੈ। ਉਹਨਾਂ ਦੇ ਵੱਲੋਂ ਟੈਕਨੀਕਲ ਭਾਸ਼ਾ ਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਹੈ, ਪਰ ਅਸੀਂ ਤੁਹਾਡੇ ਲਈ ਇਹ ਸਾਰੀ ਡਿਟੇਲ ਬਿਲਕੁਲ ਸਧਾਰਨ ਭਾਸ਼ਾ ਦੇ ਵਿੱਚ ਆਮ ਜਨ ਸੰਖਿਆ ਦੇ ਲਈ, ਆਮ ਲੋਕਾਂ ਦੇ ਲਈ ਲੈ ਕੇ ਪਹੁੰਚੇ ਹਾਂ। ਤੁਹਾਨੂੰ ਸਧਾਰਨ ਭਾਸ਼ਾ ਦੇ ਵਿੱਚ ਦੱਸਾਂਗੇ ਕਿ ਕੀ ਕੁਝ ਬਜਟ ਦੇ ਵਿੱਚ ਆਮ ਲੋਕਾਂ ਦੇ ਲਈ ਖਾਸ ਹੈ, ਜਿਸ ਦੇ ਨਾਲ ਆਮ ਲੋਕਾਂ ਨੂੰ ਫਰਕ ਪੈਂਦਾ ਹੈ। ਸੋ ਆਮ ਗੱਲਾਂ ਕਰਦਿਆਂ ਹੋਇਆਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਇਹ ਸਾਰੇ ਦੇ ਵਿੱਚ ਸਾਥ ਦੇਣ ਲਈ ਮੇਰੇ ਸਹਿਯੋਗੀ ਮਨਪ੍ਰੀਤ ਕੌਰ ਸ਼ਾਮਲ ਰਹਿਣਗੇ। ਮੁੱਦੇ ਤੇ ਆਉਨੇ ਆ। ਸਭ ਤੋਂ ਪਹਿਲਾਂ ਮਨਪ੍ਰੀਤ ਕੌਰ ਜੀ, ਕਿਹੜੇ ਬਜਟ ਦੇ ਵਿੱਚ ਇਸ ਵਾਰ ਅਹਿਮ ਪਹਿਲੂ ਨੇ, ਚਰਚਾ ਕਰਿਓ ਜਰਾ ਜੀ। ਤਾਂ ਬਿਲਕੁਲ ਜਿਵੇਂ ਮੇਰੇ ਸਹਿਯੋਗੀ ਗੁਰਪ੍ਰੀਤ ਨੇ ਗੱਲ ਕੀਤੀ ਹੈ ਕਿ ਆਮ ਭਾਸ਼ਾ ਦੇ ਵਿੱਚ ਆਮ ਲੋਕਾਂ ਨੂੰ ਦੱਸਾਂਗੇ ਕਿ ਬਜਟ ਦੇ ਵਿੱਚ ਕੀ ਖਾਸ ਰਿਹਾ ਤੇ ਕੀ ਆਮ ਲੋਕਾਂ ਦੇ ਲਈ ਖਾਸ ਹੋਵੇਗਾ ਤੇ ਕੀ ਆਮ ਹੋਵੇਗਾ। ਤਾਂ ਇਸ ਦੀ ਚਰਚਾ ਸ਼ੁਰੂ ਕਰਦੇ ਹੋਏ ਪਹਿਲੇ ਮੁੱਦੇ ਵੱਲ ਵਧਦੇ ਹਾਂ, ਸਿੱਖਿਆ ਦਾ ਖੇਤਰ। ਸਿੱਖਿਆ ਦੇ ਖੇਤਰ ਦੇ ਉੱਤੇ ਸਭ ਤੋਂ ਵੱਧ ਫੋਕਸ ਕੀਤਾ ਗਿਆ। ਨਾਲ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਵਿੱਚ ਨਵੇਂ ਮੈਡੀਕਲ ਕਾਲਜ ਖੋਲਣ ਦੀ ਯੋਜਨਾ ਨੂੰ ਜਿਹੜਾ ਆ ਉੱਥੇ ਦੱਸਿਆ ਗਿਆ ਕਿ ਕਾਲਜ ਖੋਲੇ ਜਾਣਗੇ। ਨਾਲ ਦੇ ਨਾਲ ਹੀ ਸਕੂਲੀ ਅਤੇ ਹਾਇਰ ਐਜੂਕੇਸ਼ਨ ਦੇ ਲਈ 17,072 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ। ਪਿਛਲੇ ਸਾਲ ਦੇ ਨਾਲੋਂ ਇਸ ਵਾਰ 12% ਦਾ ਇਸ ਦੇ ਵਿੱਚ ਵਾਧਾ ਹੋਇਆ ਅਤੇ ਨਾਲ ਦੇ ਨਾਲ ਹੀ ਸਕੂਲੀ ਖੇਤਰਾਂ ਦੇ ਵਿੱਚ ਆ ਜਾਈਏ ਤਾਂ ਸਕੂਲ ਦੇ ਪੂਰੇ ਟੌਪ ਸੋਲਰ ਸਿਸਟਮ ਲਗਾਉਣ ਦੇ ਲਈ ਵੀ 100 ਕਰੋੜ ਰੁਪਏ ਦਾ ਪ੍ਰਸਤਾਵ ਜਿਹੜਾ ਉੱਥੇ ਰੱਖਿਆ ਗਿਆ ਕਿ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ ਦੇ ਵਿੱਚ ਹੁਣ ਸੋਲਰ ਸਿਸਟਮ ਵੀ ਗੁਰਪ੍ਰੀਤ ਜੀ ਲਗਾਏ ਜਾਣਗੇ। ਕਹਿ ਸਕਦੇ ਆ ਕਿ ਬਦਲਾਅ ਵਾਲਾ ਬਜਟ ਜਿਹੜਾ ਆਮ ਆਦਮੀ ਪਾਰਟੀ ਹਮੇਸ਼ਾ ਬਦਲਾਅ ਦੀ ਗੱਲ ਤਾਂ ਕਰਦੀ ਹੈ, ਪਰ ਅੱਜ ਬਦਲਾਅ ਦਾ ਥੋੜਾ ਬਜਟ ਵੀ ਜਿਹੜਾ ਪੇਸ਼ ਕਰ ਦਿੱਤਾ ਹੈ ਉਚੇਰੀ ਸਿੱਖਿਆ ਦੇ ਲਈ। ਤਾਂ ਫੋਕਸ ਜਿਹੜਾ ਆ ਉਚੇਰੀ ਸਿੱਖਿਆ ਦੇ ਵੱਲ ਕੀਤਾ ਗਿਆ ਤੇ ਨਾਲ ਦੇ ਨਾਲ ਹੀ ਮੈਡੀਕਲ ਐਜੂਕੇਸ਼ਨ ਦੇ ਲਈ 1015 ਕਰੋੜ ਦਾ ਪ੍ਰਸਤਾਵ ਰੱਖਿਆ ਗਿਆ। ਤੇ ਉਧਰ ਹੀ ਚੌਥੇ ਬੰਨੇ ਵਧਦੇ ਆ ਤਾਂ ਪੰਜਾਬ ਅਤੇ ਸਪੋਰਟਸ ਦੇ ਲਈ, ਸਪੋਰਟਸ ਨੂੰ ਵਧਾਵਾ ਦੇਣ ਦੇ ਲਈ 258 ਕਰੋੜ ਦਾ ਪ੍ਰਸਤਾਵ ਰੱਖਿਆ ਗਿਆ ਤੇ ਹੁਣ ਯੂਥ ਦੇ ਲਈ ਖੇਡਾਂ ਪ੍ਰਤੀ ਰੁਚੀ ਜਿਹੜੀ ਆ ਹੋਰ ਵੀ ਜ਼ਿਆਦਾ ਵਧੇਗੀ। ਤਾਂ ਇੱਕ ਗੱਲ ਇਹ ਵੀ ਕਹੀ ਗਈ ਸੀਗੀ ਵਿੱਤ ਮੰਤਰੀ ਉਹਨਾਂ ਦੇ ਵੱਲੋਂ ਕਿ ਖੇਡ ਦੀ ਇੱਕ ਨਵੀਂ ਨੀਤੀ ਜਿਹੜੀ ਆ ਪੰਜਾਬ ਦੇ ਵਿੱਚ ਲਿਆਈ ਜਾਵੇਗੀ। ਤਾਂ ਵੱਖ-ਵੱਖ ਯੋਜਨਾਵਾਂ ਲਿਆਈਆਂ ਜਾਣਗੀਆਂ ਤੇ ਨੌਜਵਾਨਾਂ ਨੂੰ ਖੇਡ ਦੇ ਪ੍ਰਤੀ ਹੋਰ ਵੀ ਜ਼ਿਆਦਾ ਉਤਸ਼ਾਹਿਤ ਕਰਨਗੀਆਂ ਇਹ ਯੋਜਨਾਵਾਂ ਜੀ। ਸੋ ਜੋ ਕੁਝ ਦੱਸਿਆ ਮਨਪ੍ਰੀਤ ਜੀ ਨੇ ਉਸ ਨੂੰ ਹੁਣ ਸਧਾਰਨ ਭਾਸ਼ਾ ਦੇ ਵਿੱਚ ਜੇਕਰ ਦੱਸ ਦਈਏ, ਪ੍ਰਸਤਾਵ ਰੱਖਿਆ ਗਿਆ ਭਾਵ ਕਿ ਆਉਣ ਵਾਲੇ ਵਿੱਤੀ ਵਰ੍ਹੇ ਦੇ ਲਈ 1 ਮਾਰਚ ਤੋਂ ਲੈ ਕੇ ਆਉਣ ਵਾਲੇ ਸਾਲ ਦੀ 31 ਮਾਰਚ ਤੱਕ ਦੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ, ਅੱਜ ਤੋਂ 31 ਮਾਰਚ ਤੋਂ ਲੈ ਕੇ ਹੁਣ ਜਦੋਂ ਇਹ ਬਜਟ ਹੋ ਗਿਆ ਪੇਸ਼, 31 ਮਾਰਚ ਤੱਕ ਦਾ ਵਿੱਤੀ ਸਾਲ ਮੰਨਿਆ ਜਾਂਦਾ ਹੈ। ਆਉਣ ਵਾਲੇ 31 ਮਾਰਚ ਤੱਕ ਦਾ ਇਹ ਸਮਾਂ ਹੋਵੇਗਾ ਜਿਸ ਦੇ ਵਿੱਚ ਇਹ ਪੈਸੇ ਜਿਹੜੇ ਹੁਣੇ ਤੁਹਾਨੂੰ ਦੱਸਿਆ ਗਿਆ ਹੈ ਕਿ ਕਿਹੜੇ ਵਿਭਾਗ ਲਈ ਕਿੰਨੇ ਪੈਸੇ ਰੱਖੇ ਗਏ ਨੇ, ਉਹ ਸਾਰੇ 1 ਸਾਲ ਦੇ ਲਈ ਨੇ। 1 ਸਾਲ ਦੇ ਵਿੱਚ ਇੰਨਾ ਖਰਚਾ ਹਰ ਵੱਖ-ਵੱਖ ਵਿਭਾਗਾਂ ਦੇ ਲਈ ਕੀਤਾ ਜਾਵੇਗਾ। ਸਿੱਖਿਆ ਦੀ ਗੱਲ ਕੀਤੀ ਹੈ, ਮੈਡੀਕਲ ਕਾਲਜਾਂ ਤੇ ਵੱਡੇ ਪੱਧਰ ਤੇ ਪੈਸਾ ਖਰਚ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਅਸੀਂ ਸੱਤਾ ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਦੇ ਬਿਆਨ ਸੁਣਦੇ ਆ, ਉਹਨਾਂ ਦਾ ਅਕਸਰ ਕਹਿਣਾ ਹੁੰਦਾ ਸੀ ਕਿ ਫ੍ਰੀ ਦੀਆਂ ਚੀਜ਼ਾਂ ਲੈ ਰਹੇ ਆ, ਫ੍ਰੀ ਦੀ ਆਦਤ ਸਾਨੂੰ ਸਰਕਾਰਾਂ ਪਾ ਰਹੀਆਂ ਨੇ। ਹਾਲਾਂਕਿ ਸਰਕਾਰ ਫ੍ਰੀ ਹੁਣ ਵੀ ਦੇ ਰਹੀ ਹੈ ਬਹੁਤ ਚੀਜ਼ਾਂ, ਪਰ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਆਪਾਂ ਸਿੱਖਿਆ ਤੇ ਕੰਮ ਕਰੀਏ ਤਾਂ ਸਾਨੂੰ ਮੁਫਤ ਚੀਜ਼ਾਂ ਲੈਣ ਦੀ ਲੋੜ ਹੀ ਨਾ ਪਵੇ। ਸੋ ਚੰਗਾ ਵਿਸ਼ਾ ਉਹਨਾਂ ਨੇ ਇਸ ਵਿਸ਼ੇ ਨੂੰ ਛੂਹਿਆ। ਐਜੂਕੇਸ਼ਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਵੱਡੀ ਅਮਾਉਂਟ ਰੱਖੀ ਗਈ ਹੈ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 12% ਦਾ ਵਾਧਾ ਹੈ। ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਪੈਸੇ ਇਸ ਵਾਰ ਰੱਖੇ ਗਏ ਨੇ। ਬੇਸ਼ੱਕ ਅਸੀਂ ਡੈਪਥ ਦੇ ਵਿੱਚ ਆ, ਬੇਸ਼ੱਕ ਪੰਜਾਬ ਇੱਕ ਕਰਜ਼ਾ ਭਰਨ ਵਾਲਾ ਸੂਬਾ ਹੈ, ਕਰਜ਼ ਦੇ ਹੇਠ ਸੂਬਾ ਹੈ, ਪਰ ਫਿਰ ਵੀ ਐਜੂਕੇਸ਼ਨ ਤੇ ਇੰਨਾ ਪੈਸਾ ਲਗਾਉਣਾ ਕਿਤੇ ਨਾ ਕਿਤੇ ਸਰਾਹਨਾਯੋਗ ਹੈ। ਇਸ ਦੀ ਹਰ ਪਾਸੇ ਸਰਾਹਨਾ ਹੋਣੀ ਚਾਹੀਦੀ ਹੈ। ਸੋ ਅੱਗੇ ਆਉਂਦੇ ਆ, ਪੰਜਾਬ ਦੇ ਜਿਹੜਾ ਬਜਟ ਪੇਸ਼ ਹੋਇਆ ਉਸ ਦੇ ਵਿੱਚ ਹੋਰ ਕੀ ਖਾਸ ਹੈ। ਪੰਜਾਬ ਸਰਕਾਰ ਨੇ ਕਰਜ਼ਾ ਲੈ ਕੇ ਜਿਹੜਾ ਕਰਜ਼ਾ ਲਿਆ ਹੋਇਆ ਉਹ ਤਾਂ ਹੈ ਹੀ ਹੈ ਤੇ ਪ੍ਰਿੰਸੀਪਲਾਂ ਨੂੰ ਵੀ ਬਾਹਰ ਲਗਾਤਾਰ ਭੇਜਿਆ ਜਾ ਰਿਹਾ। ਰੇਤ ਦੀਆਂ 17 ਨਵੀਆਂ ਮਾਈਨਿੰਗ ਸਾਈਟਾਂ ਜਲਦ ਖੁੱਲਣ ਜਾ ਰਹੀਆਂ ਨੇ। ਬੀਤੇ ਦਿਨੀ ਅਸੀਂ ਦੇਖਿਆ ਕਿ ਭਗਵੰਤ ਮਾਨ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਉਦਘਾਟਨ ਕੀਤੇ ਗਏ, ਮਾਈਨਿੰਗ ਸਾਈਟਾਂ ਖੋਲੀਆਂ ਗਈਆਂ ਜਿੱਥੇ ਤੁਸੀਂ ਆਪਣੀਆਂ ਕ੍ਰੈਸ਼ਰ ਕ੍ਰੇਨਾਂ ਨਹੀਂ ਲਿਜਾ ਸਕਦੇ, ਨਾਲ ਮਜ਼ਦੂਰ ਲਿਜਾਓ, ਉੱਥੋਂ ਆਰਾਮ ਦੇ ਨਾਲ ਭਰ ਕੇ ਲਿਆ ਸਕਦੇ ਹੋ। ਇਸ ਦੇ ਨਾਲ ਬੜੀ ਰਾਹਤ ਵੀ ਮਿਲੀ ਹੈ। ਪਰ ਦੂਸਰੇ ਪਾਸੇ ਪ੍ਰਤਾਪ ਬਾਜਵਾ ਇਸ ਗੱਲ ਤੇ ਸਰਕਾਰ ਨੂੰ ਘੇਰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਤੁਸੀਂ 20,000 ਕਰੋੜ ਰੁਪਈਆ ਇਸ ਤੋਂ ਇਕੱਠਾ ਕਰਨ ਦੀ ਗੱਲ ਕਰਦੇ ਸੀ, ਕਿੱਥੇ ਨੇ 20,000 ਕਰੋੜ ਰੁਪਈਆ?
ਉੱਥੇ ਹੀ ਇੱਕ ਹੋਰ ਬੜੀ ਅਹਿਮ ਗੱਲ ਹੈ, ਬੀਬੀਆਂ 1-1 ਹਜ਼ਾਰ ਉਡੀਕਦੀਆਂ ਸੀ। ਤੁਸੀਂ ਐਜ਼ ਏ ਲੇਡੀ ਹੁੰਦੇ ਆ ਜਰਾ ਦੱਸੋ ਵੀ 1-1 ਹਜ਼ਾਰ ਕਦੋਂ ਕੁ ਮਿਲੂਗਾ, ਜਾਂ ਫਿਰ ਇਸ ਵਾਰ ਫਿਰ ਉਮੀਦਾਂ ਟੁੱਟ ਗਈਆਂ ਨੇ? ਤਾਂ ਬਿਲਕੁਲ ਜਿਵੇਂ ਮੇਰੇ ਸਹਿਯੋਗੀ ਗੁਰਪ੍ਰੀਤ ਨੇ ਗੱਲ ਕੀਤੀ ਹੈ ਕਿ ਬੀਬੀਆਂ ਜਿਹੜੀਆਂ ਆ ਸ਼ੁਰੂ ਤੋਂ ਜਦੋਂ ਸਰਕਾਰ ਬਣੀ ਹੈ, ਹਾਲਾਂਕਿ 1 ਸਾਲ ਪੂਰਨ ਹੋ ਚੁੱਕਾ ਹੈ ਸਰਕਾਰ ਨੂੰ, ਉਸੇ ਦੌਰਾਨ ਹੀ ਜਦੋਂ ਬਜਟ ਪੇਸ਼ ਕੀਤਾ ਗਿਆ ਤੇ ਉਮੀਦਾਂ ਹੋਰ ਵੀ ਜ਼ਿਆਦਾ ਔਰਤਾਂ ਦੀਆਂ ਵੱਧ ਗਈਆਂ ਕਿ 1000 ਰੁਪਇਆ ਉਹਨਾਂ ਦੇ ਖਾਤੇ ਦੇ ਵਿੱਚ ਕਦੋਂ ਡਿੱਗੇਗਾ, ਕਿਉਂਕਿ ਜਦੋਂ ਸਰਕਾਰ ਬਣਦੀ ਹੈ ਤਾਂ ਇਹ ਵਿਸ਼ਵਾਸ ਜਿਹੜਾ ਔਰਤਾਂ ਨੂੰ ਦਿੱਤਾ ਗਿਆ ਸੀਗਾ। ਪਰ ਹਾਲਾਂਕਿ ਬਜਟ ਦੇ ਵਿੱਚ ਗੁਰਪ੍ਰੀਤ ਜੀ ਮੈਂ ਕਹਿਣਾ ਚਾਹੂੰਗੀ ਕਿ ਬਜਟ ਦੇ ਵਿੱਚ 1000 ਔਰਤਾਂ ਨੂੰ ਦੇਣ ਵਾਲੀ ਗੱਲ ਜਿਹੜੀ ਆ ਕਿਤੇ ਵੀ ਨਜ਼ਰ ਨਹੀਂ ਆਈ ਹੈ। ਪਰ ਹਾਂ, ਜੋ ਕਾਂਗਰਸ ਪਾਰਟੀ ਦੇ ਸਮੇਂ ਔਰਤਾਂ ਦਾ ਮੁਫਤ ਸਫ਼ਰ ਕੀਤਾ ਗਿਆ ਸੀਗਾ, ਉਸ ਨੂੰ ਲੈ ਕੇ ਵੀ ਜ਼ਰੂਰ ਜਿਹੜੀ ਰਾਸ਼ੀ ਆ ਉਹਨਾਂ ਦੇ ਵੱਲੋਂ ਅਦਾ ਕਰ ਦਿੱਤੀ ਗਈ ਹੈ ਕਿ ਇੰਨੀ ਰਾਸ਼ੀ ਜਿਹੜੀ ਆ ਰੱਖੀ ਗਈ ਆ ਔਰਤਾਂ ਦੇ ਮੁਫਤ ਸਫ਼ਰ ਦੇ ਲਈ। ਜੀ, ਸੋ ਇੱਕ ਵਾਰ ਮੁੜ ਤੋਂ ਉਮੀਦਾਂ ਟੁੱਟ ਗਈਆਂ ਨੇ। ਜਿਹੜੀਆਂ ਬੀਬੀਆਂ ਉਡੀਕ ਕਰ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ ਅਸੀਂ ਮੁੱਖ ਮੰਤਰੀ ਬਣਾਇਆ ਹੈ, 1000 ਰੁਪਇਆ ਖਾਤੇ ਚ ਆਉਣਾ ਸ਼ੁਰੂ ਹੋ ਜਾਊਗਾ। ਹਾਲਾਂਕਿ ਇਹਦੇ ਤੇ ਹੁਣ ਵਿਰੋਧੀ ਜ਼ਰੂਰ ਘੇਰਨਗੇ, ਕਿਉਂਕਿ ਮੁੱਦਾ ਚਾਹੀਦਾ ਹੁੰਦਾ। ਬੀਤੇ ਸਮੇਂ ਦੌਰਾਨ ਵੀ ਜਦੋਂ ਜਿਹੜਾ ਐਡੀਸ਼ਨਲ ਬਜਟ ਪਿਛਲੇ ਸਾਲ ਹੋਇਆ ਸੀ ਜਦੋਂ ਸਰਕਾਰ ਬਣੀ ਸੀ, ਕਿਉਂਕਿ ਬਹੁਤ ਘੱਟ ਸਮਾਂ ਹੁੰਦਾ ਹੈ, ਉਸ ਸਮੇਂ ਪੂਰਨ ਬਜਟ ਲੈ ਕੇ ਆਉਣ ਲਈ ਔਖਾ ਹੁੰਦਾ ਹੈ, ਪਰ ਗਵਰਨਰ ਕੋਲੋਂ ਤਜਵੀਜ਼ ਕੀਤੀ ਜਾਂਦੀ ਹੈ, ਗਵਰਨਰ ਅੱਗੇ ਮੰਗ ਰੱਖੀ ਜਾਂਦੀ ਹੈ ਕਿ ਜਿਹੜਾ ਪੁਰਾਣਾ ਬਜਟ ਹੈ ਉਸ ਦੇ ਵਿੱਚ ਥੋੜਾ ਐਡੀਸ਼ਨਲ ਵਾਧਾ ਕਰ ਲਿਆ ਜਾਵੇ। ਸੋ ਉਸ ਨੂੰ ਚਲਾਇਆ ਜਾਂਦਾ ਹੈ। ਪਿਛਲੇ ਸਾਲ ਤਾਂ ਉਹ ਚੱਲਿਆ, ਪੂਰਨ ਬਜਟ ਹੈ, ਸੋ ਪੂਰਨ ਬਜਟ ਦੇ ਵਿੱਚ ਇਹ ਚੀਜ਼ ਨਾ ਹੋਣੀ। ਪਹਿਲਾਂ ਤਾਂ ਬਹਾਨਾ ਲਾ ਸਕਦੇ ਸੀ ਕਿ ਸਾਡਾ ਪੂਰਾ ਬਜਟ ਨਹੀਂ ਹੈ, ਜਦੋਂ ਪੂਰਾ ਬਜਟ ਲੈ ਕੇ ਆਵਾਂਗੇ ਫੇਰ ਕੀਤੀ ਜਾ ਸਕਦੀ ਹੈ। ਹੁਣ ਪੂਰਾ ਬਜਟ ਸੀ, ਹੁਣ ਨਾ ਮਿਲਣਾ ਕਿਤੇ ਨਾ ਕਿਤੇ ਨਮੋਸ਼ੀ ਵਾਲੀ ਗੱਲ ਹੈ। ਸੋ ਅੱਗੇ ਆਉਨੇ ਆ। ਸੋ 1992 ਕਰੋੜ ਰੁਪਇਆ ਸੜਕਾਂ ਦੀ ਮੁਰੰਮਤ ਲਈ ਰੱਖ ਲਿਆ ਗਿਆ ਹੈ। ਸੜਕਾਂ ਦਾ ਜਿਹੜਾ ਬੜਾ ਰੌਲਾ ਰਹਿੰਦਾ ਹੈ, ਅਕਸਰ ਸੜਕਾਂ ਨੂੰ ਲੈ ਕੇ PWD ਵਿਭਾਗ ਦੇ ਕੋਲ ਵੀ ਬੜੀਆਂ ਸ਼ਿਕਾਇਤਾਂ ਜਾਂਦੀਆਂ ਨੇ। ਮੰਡੀ ਬੋਰਡ ਦਾ ਬੀਤੇ ਦਿਨੀ ਬੜਾ ਰੌਲਾ ਪੈ ਰਿਹਾ ਸੀ ਕਿ ਬਹੁਤ ਸਾਰਾ ਕਰਜ਼ ਹੈ, ਬਹੁਤ ਸਾਰੇ ਪੈਸੇ ਫਸੇ ਹੋਏ ਨੇ, ਜਿਨ੍ਹਾਂ ਕਰਕੇ ਸੜਕਾਂ ਦੀ ਮੁਰੰਮਤ ਨਹੀਂ ਹੋ ਸਕਦੀ। ਸੋ 1992 ਕਰੋੜ ਰੁਪਇਆ ਸੜਕਾਂ ਦੀ ਮੁਰੰਮਤ ਲਈ, ਪੁਲਿਸ ਦੀ ਸੁਰੱਖਿਆ ਇੰਤਜ਼ਾਮ ਮਜ਼ਬੂਤ ਕਰਨ ਦੇ ਲਈ 10,523 ਕਰੋੜ, ਬੇहद ਵੱਡੀ ਰਾਸ਼ੀ ਹੈ, ਬਹੁਤ ਵੱਡੀ ਰਾਸ਼ੀ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ, ਕਿਉਂਕਿ ਬੀਤੇ ਲੰਬੇ ਸਮੇਂ ਤੋਂ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੋ ਰਹੀ ਹੈ। ਸੋ 2500 ਇੱਟ ਭੱਠਿਆਂ ਨੂੰ 20% ਕੋਇਲੇ ਦੀ ਜਗ੍ਹਾ ਤੇ ਪੈਡੀ ਸਟਰੋ, ਭਾਵ ਜਿਹੜੀ ਅਸੀਂ ਆਪਣੇ ਖੇਤਾਂ ਦੇ ਵਿੱਚ ਸਾੜ ਦਿੰਨੇ ਆ, ਪੈਡੀ ਦਾ ਰਹਿੰਦ ਖੂੰਦ ਜਿਹੜੀ ਹੁੰਦੀ ਆ, ਪਰਾਲੀ ਕਹਿੰਦੇ ਨੇ ਜਿਹਨੂੰ, ਉਸ ਦੇ ਉੱਪਰ ਕੰਮ ਕੀਤਾ ਗਿਆ। ਸਰਕਾਰ ਨਾਲੋਂ ਨਾਲ ਇਕੋਸਿਸਟਮ ਨੂੰ ਠੀਕ ਕਰਨ ਦੀ ਵੀ ਗੱਲ ਕਰ ਰਹੀ। ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਕਿ ਜੇਕਰ ਸਕੂਲਾਂ ਦੀ ਐਜੂਕੇਸ਼ਨ ਤੇ ਧਿਆਨ ਦਿੱਤਾ ਜਾ ਰਿਹਾ ਤਾਂ ਸਕੂਲਾਂ ਦੇ ਉੱਪਰ ਉਹਨਾਂ ਦੇ ਵੱਲੋਂ ਉਹ ਵੀ ਲਗਾਏ ਜਾ ਰਹੇ ਨੇ ਸੋਲਰ ਪੈਨਲ, ਤਾਂ ਕਿ ਉਹਨਾਂ ਦੇ ਜ਼ਰੀਏ ਬਿਜਲੀ ਬਣਾਈ ਜਾ ਸਕੇ ਤੇ ਬਿਜਲੀ ਦਾ ਬਿੱਲ ਜਿਹੜਾ ਆਉਣਾ ਉਹ ਘਟਾਇਆ ਜਾ ਸਕੇ, ਕਿਤੇ ਨਾ ਕਿਤੇ এনवायरमेंट ਦਾ ਲਾਸ ਨਾ ਹੋਵੇ। ਬਿਲਕੁਲ, ਮੈਂ ਤੁਹਾਡੀ ਗੱਲ ਦੇ ਵਿੱਚ ਇੱਕ ਗੱਲ ਐਡ ਹੋਰ ਜ਼ਰੂਰ ਕਰਨਾ ਚਾਹੁੰਦੀ ਹਾਂ ਕਿ ਜਿਵੇਂ ਕਿਹਾ ਗਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਸੋਲਰ ਸਿਸਟਮ ਜਿਹੜਾ ਉੱਥੇ ਲਗਾ ਦਿੱਤਾ ਜਾਵੇਗਾ, ਉਸ ਦੇ ਲਈ ਵੀ ਰਕਮ ਦਾ ਜਿਹੜਾ ਪ੍ਰਸਤਾਵ ਆ ਰੱਖ ਦਿੱਤਾ ਗਿਆ। ਹਾਲਾਂਕਿ ਹੁਣ ਇਹ ਵੀ ਗੱਲ ਕਹਿ ਦਿੱਤੀ ਗਈ ਹੈ ਕਿ 8ਵੀਂ 10ਵੀਂ ਤੇ 12ਵੀਂ ਕਲਾਸ ਦੇ ਵਿੱਚ ਜੋ ਵੀ ਵਿਸ਼ੇਸ਼ਤਾਵਾਂ ਨੇ ਜਾਂ ਹੋਰ ਵੀ ਕਲਾਸਾਂ ਦੇ ਵਿੱਚ ਜੋ ਵਿਦਿਆਰਥੀ ਨੇ ਉਹਨਾਂ ਦੇ ਲਈ ਕੁਝ ਖਾਸ ਯੋਜਨਾਵਾਂ ਹੋਣਗੀਆਂ। ਨਾਲ ਦੇ ਨਾਲ ਵੀ ਇਹ ਵੀ ਕਿਹਾ ਗਿਆ ਕਿ 11ਵੀਂ ਕਲਾਸ ਦੇ ਬੱਚੇ ਜਿਹੜੇ ਆ, ਜੇਕਰ ਕੋਈ ਖਾਸ ਯੋਜਨਾ ਲੈ ਕੇ ਆਉਂਦੇ ਆ ਤਾਂ ਉਸ ਬੱਚੇ ਨੂੰ ਜੇਕਰ ਕੋਈ ਆਈਡੀਆ ਆਉਂਦਾ ਹੈ ਤਾਂ ਉਸ ਦੇ ਲਈ ਉਸ ਨੂੰ 2000 ਰੁਪਏ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਵੇਗੀ। ਜੀ, ਵੱਡੀ ਗੱਲ ਹੈ। ਬੱਚਿਆਂ ਨੂੰ ਹੁਲਾਰਾ ਦੇਣਾ, ਹੁੰਗਾਰਾ ਦੇਣਾ ਉਹਨਾਂ ਨੂੰ ਬੜਾ ਜ਼ਰੂਰੀ ਹੈ, ਕਿਉਂਕਿ ਭਵਿੱਖ ਨੇ ਸਾਡੇ ਦੇਸ਼ ਦਾ। ਸੋ ਅੱਗੇ ਆਉਂਦੇ ਆ, ਅੰਮ੍ਰਿਤਸਰ ਦੇ ਵਾਰ ਮੈਮੋਰੀਅਲ ਦੇ ਵਿੱਚ 2 ਨਵੀਆਂ ਗੈਲਰੀਆਂ ਬਣਨਗੀਆਂ, ਇਹਦੀ ਤਜਵੀਜ਼ ਹੈ। ਉਸ ਤੋਂ ਬਾਅਦ ਬਜਟ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 11 ਨਵੇਂ ਕਾਲਜ ਖੋਲਣ ਦੀ ਤਜਵੀਜ਼ ਰੱਖੀ ਗਈ ਹੈ, ਭਾਵ ਕਿ 11 ਨਵੇਂ ਕਾਲਜ ਆਉਣ ਵਾਲੇ ਵਿੱਤੀ ਵਰੇ ਦੇ ਵਿੱਚ ਨੀਂਹ ਪੱਥਰ ਰੱਖ ਕੇ ਸ਼ੁਰੂ ਕਰ ਦਿੱਤੇ ਜਾਣਗੇ। ਸੋ ਇੱਕ ਪਾਸੇ ਤਾਂ ਇਹ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਵਿਦੇਸ਼ ਵੱਲ ਨੌਜਵਾਨ ਜਾ ਰਹੇ ਨੇ, ਲਗਾਤਾਰ ਕਾਲਜਾਂ ਦੇ ਵਿੱਚ ਸੰਖਿਆ ਘਟਣ ਕਰਕੇ ਕਾਲਜਾਂ ਨੂੰ ਤਾਲੇ ਲੱਗ ਰਹੇ ਨੇ, ਪਰ ਇਹ ਪੰਜਾਬ ਸਰਕਾਰ ਦਾ ਉਪਰਾਲਾ ਹੈ। ਸੋ ਜੇਕਰ ਕਾਲਜ ਬਣ ਰਹੇ ਨੇ ਤਾਂ ਉਹਨਾਂ ਦੇ ਕੋਲ ਇਹ ਵੀ ਨੀਤੀ ਹੋਵੇਗੀ ਕਿ ਬੱਚਿਆਂ ਨੂੰ ਇੱਥੇ ਠਰਾਉਣਾ ਕਿੱਦਾਂ, ਬੱਚਿਆਂ ਨੂੰ ਕਾਲਜ ਤੱਕ ਲੈ ਕੇ ਕਿੱਦਾਂ ਆਉਣਾ। ਸੋ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ, ਕਪੂਰਥਲਾ, ਹੁਸ਼ਿਆਰਪੁਰ ਦੇ ਵਿੱਚ ਮੈਡੀਕਲ ਕਾਲਜ ਖੁੱਲਣਗੇ, ਇਸ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਸਕੂਲੀ ਅਤੇ ਹਾਇਰ ਐਜੂਕੇਸ਼ਨ ਦੇ ਲਈ 17,072 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ। 11ਵੀਂ ਕਲਾਸ ਦੇ ਬੱਚਿਆਂ ਦੇ ਲਈ ਖਾਸ ਯੋਜਨਾ ਤੁਸੀਂ ਦੱਸ ਦਿੱਤੀ ਹੈ। ਸਕੂਲਾਂ ਦੇ ਰੂਫਟਾਪ ਤੇ ਜਿਹੜਾ ਲੱਗਣਾ ਹੈ ਉਹ ਆਪਾਂ ਹੁਣੀ ਗੱਲ ਕਰ ਲਈ ਹੈ ਕਿ ਸੋਲਰ ਪੈਨਲ ਲੱਗਣਗੇ। ਮੈਡੀਕਲ ਐਜੂਕੇਸ਼ਨ ਦੇ ਲਈ ਅਗਲੇ ਸਾਲ ਤੱਕ 1015 ਕਰੋੜ ਰੁਪਏ ਰੱਖ ਲਏ ਗਏ ਨੇ। ਪੰਜਾਬ 'ਚ ਸਪੋਰਟਸ ਨੂੰ ਬੜਾਵਾ ਦੇਣ ਲਈ 258 ਕਰੋੜ ਰੁਪਇਆ ਰੱਖ ਲਿਆ। ਮਾਨਸਾ ਜ਼ਿਲ੍ਹੇ ਦੇ ਬੁਢਲਾਡਾ, ਮੁਕਤਸਰ ਜ਼ਿਲ੍ਹੇ ਦੇ ਵਿੱਚ ਗਿੱਦੜਬਾਹਾ 2 ਆਇਲ
ਮਿਲਸ ਦੋ ਤੇਲ ਦੀਆਂ ਖੋਲੀਆਂ ਜਾਣਗੀਆਂ, ਫੈਕਟਰੀਆਂ ਜਿਹੜੀਆਂ ਖੋਲ ਦਿੱਤੀਆਂ ਜਾਣਗੀਆਂ, ਜਿਸ ਦੇ ਲਈ ਰਕਮ ਜਿਹੜੀ ਆ 350 ਕਰੋੜ ਰੁਪਇਆ ਜਿਹੜੀ ਆ ਅਦਾ ਕਰ ਦਿੱਤੀ ਗਈ ਜੀ। ਇਸੇ ਦੇ ਨਾਲ ਉੱਥੇ ਕਾਰੋਬਾਰ ਵੀ ਕਈਆਂ ਨੂੰ ਮਿਲੇਗਾ। ਜੇਕਰ ਨਾਲੋਂ ਨਾਲ ਪੈਸੇ ਲਾਏ ਜਾ ਰਹੇ ਨੇ ਤਾਂ ਉਹਦੇ ਨਾਲ ਰੋਜ਼ਗਾਰ ਵੀ ਪੈਦਾ ਕੀਤਾ ਜਾ ਰਿਹਾ। ਜਿਸ ਤਰ੍ਹਾਂ ਬੀਤੇ ਸਮੇਂ ਦੌਰਾਨ ਇੰਡਸਟਰੀ ਨੂੰ ਪੰਜਾਬ ਦੇ ਵਿੱਚ ਸੱਦਾ ਦੇਣ ਲਈ ਪੰਜਾਬ ਦੇ ਵੱਖ-ਵੱਖ ਸੂਬਿਆਂ ਤੋਂ ਲੋਕਾਂ ਨੂੰ ਸੱਦਿਆ ਗਿਆ, ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸੱਦਿਆ ਗਿਆ ਕਿ ਆਓ ਪੰਜਾਬ ਦੇ ਵਿੱਚ ਨਿਵੇਸ਼ ਕਰੋ। ਸੋ ਟੈਕਨੀਕਲ ਐਜੂਕੇਸ਼ਨ ਨਾਲ ਜੁੜੀਆਂ ਸੰਸਥਾਵਾਂ ਦੇ ਸੁਧਾਰ ਦੇ ਲਈ 665 ਕਰੋੜ ਰੁਪਈਆ ਰੱਖਿਆ ਗਿਆ, ਪਿਛਲੀ ਵਾਰ ਦੇ ਨਾਲੋਂ 6% ਵੱਧ ਹੈ ਤੁਲਨਾ ਦੇ ਵਿੱਚ। ਪਰ ਬੀਤੇ ਸਮੇਂ ਦੌਰਾਨ ਅਸੀਂ ਖਬਰ ਵੀ ਕੀਤੀ ਸੀ ਕਿ ਟੈਕਨੀਕਲ ਕਾਲਜਸ ਤੇਜ਼ੀ ਦੇ ਨਾਲ ਬੰਦ ਹੋ ਰਹੇ ਨੇ। ਕਰੀਬ 22 ਕਾਲਜਾਂ ਦਾ ਜ਼ਿਕਰ ਬੀਤੇ ਦਿਨੀ ਹੋਇਆ ਸੀ ਕਿ ਉਹ ਬੰਦ ਹੋ ਚੁੱਕੇ ਨੇ, ਕਿਉਂਕਿ ਬੱਚੇ ਸਕਿਲਡ ਐਜੂਕੇਸ਼ਨ ਵੱਲ ਜਾਣ ਦੀ ਬਜਾਏ ਘੱਟ 12ਵੀਂ ਕਰਨ ਤੋਂ ਬਾਅਦ ਬਾਹਰ ਜਾਣ ਦਾ ਰੁਝਾਨ ਉਹਨਾਂ ਦੇ ਵਿੱਚ ਵੱਧ ਰਿਹਾ ਹੈ। 2022-23 ਚ ਪੰਜਾਬ ਦੀ GSDP 6,38,000 ਰੁਪਏ 23 ਕਰੋੜ ਸੀ। ਇਸ ਤੋਂ ਬਾਅਦ ਜੇਕਰ 21-22 ਦੇ ਵਿੱਚ 9.24% ਜ਼ਿਆਦਾ ਸੀ। ਸੋ ਵਿੱਤ ਵਰਾ ਜਿਹੜਾ 2023 ਅਤੇ 24 ਹੈ, ਇਸ ਦੇ ਵਿੱਚ GSDP 6,98,634 ਕਰੋੜ ਰੁਪਏ ਰਹਿਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਸੋ ਵਿੱਤੀ ਵਰਾ 2023-24 ਦੇ ਵਿੱਚ ਪੂੰਜੀਗਤ ਵਿਵਸਥਾ ਦੇ ਵਿੱਚ 11,782 ਕਰੋੜ ਰੁਪਏ ਦੀ ਘੋਸ਼ਣਾ ਕੀਤੀ ਗਈ ਹੈ। ਸੋ ਇਸੇ ਦੇ ਨਾਲ ਅੱਗੇ ਆਉਂਦੇ ਆ, ਟੂਰਿਜ਼ਮ ਐਂਡ ਕਲਚਰ ਐਫਰਟਸ ਦੇ ਵਿੱਚ 281 ਕਰੋੜ ਰੁਪਏ ਰਿਜ਼ਰਵ ਰੱਖੇ ਗਏ ਨੇ। ਟੂਰਿਜ਼ਮ ਨੂੰ ਬੜਾਵਾ ਦੇਣ ਦੇ ਲਈ ਪੰਜਾਬ ਦੇ ਵਿੱਚ ਪਹਿਲਾਂ ਵੀ ਬੜਾ ਕੰਮ ਹੁੰਦਾ ਰਿਹਾ ਹੈ। ਜਿਸ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਉਹਨਾਂ ਨੇ ਕਈ ਤਰ੍ਹਾਂ ਦੇ ਟੂਰਿਜ਼ਮ ਸਪੌਟ ਬਣਾਏ ਪੰਜਾਬ ਦੇ ਵਿੱਚ। ਆਨੰਦਪੁਰ ਸਾਹਿਬ ਦੇ ਵਿੱਚ ਬਹੁਤ ਵੱਡਾ ਇੱਕ ਅਜੂਬਾ ਬਣਾਇਆ ਗਿਆ, ਤੇ ਫਿਰ ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਦੇ ਵਿੱਚ ਸ਼ਹੀਦਾਂ ਨੂੰ ਸਮਰਪਿਤ ਜੰਗੇ ਆਜ਼ਾਦੀ ਤਿਆਰ ਕੀਤਾ ਗਿਆ, ਤੇ ਸਟਰੀਟ ਹੈਰੀਟੇਜ ਸਟਰੀਟ ਤਿਆਰ ਕੀਤੀ ਗਈ ਅੰਮ੍ਰਿਤਸਰ ਦੇ ਵਿੱਚ। ਟੂਰਿਜ਼ਮ ਨੂੰ ਬੜਾਵਾ ਦੇਣ ਦਾ ਕੰਮ ਇੱਕ ਵਾਰ ਫਿਰ ਤੋਂ ਮਾਨ ਸਰਕਾਰ ਦੇ ਵੱਲੋਂ ਵੀ ਇਸ ਨੂੰ ਜਾਰੀ ਰੱਖਿਆ ਗਿਆ। ਇਸ ਤੇ ਜਰਾ ਟਿੱਪਣੀ ਕਰਿਓ ਜੀ। ਜੀ ਬਿਲਕੁਲ, ਜਿਵੇਂ ਗੱਲ ਕੀਤੀ ਜਾਵੇ ਟੂਰਿਸਟ ਜਿਹੜਾ ਇਹਦੇ ਬਾਰੇ ਗੱਲ ਕੀਤੀ ਗਈ ਹੈ ਕਿ ਟੂਰਿਸਟ ਐਂਡ ਕਲਚਰ ਨੂੰ ਲੈ ਕੇ ਵੀ ਜਿਹੜੀ ਰਾਸ਼ੀ ਆ ਅਦਾ ਕਰ ਦਿੱਤੀ ਗਈ ਆ। ਹਾਲਾਂਕਿ ਅਨਮੋਲ ਗਗਨ ਮਾਨ ਇਸ ਦੇ ਮਿਨਿਸਟਰ ਵੀ ਰਹੇ, ਉਹਨਾਂ ਦੇ ਵੱਲੋਂ ਵੀ तमाम ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਯੋਜਨਾਵਾਂ ਬਣਾਈਆਂ ਜਾਂਦੀਆਂ ਨੇ ਕਿ ਇਹ ਯੋਜਨਾਵਾਂ ਕੀਤੀਆਂ ਜਾਣਗੀਆਂ, ਕਿਉਂਕਿ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉੱਥੇ ਜਿਹੜੇ ਟੂਰਿਸਟ ਸਭ ਤੋਂ ਵੱਧ ਆਉਂਦੇ ਨੇ, ਤਾਂ ਇਸ ਦੇ ਵਿਕਾਸ ਦੇ ਲਈ ਵੀ ਜਿਹੜੀ ਰਾਸ਼ੀ ਆ ਅਦਾ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ 281 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਪ੍ਰਸਤਾਵ ਰੱਖਿਆ ਗਿਆ ਤੇ ਇਸ ਦੇ ਵਿੱਚ 8% ਦਾ ਵਾਧਾ ਹੋਇਆ ਹੈ ਤੇ ਇਸ तमाम ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ। ਪਰ ਗੁਰਪ੍ਰੀਤ ਜੀ, ਇਸ ਦੇ ਵਿੱਚ ਮੈਂ ਇੱਕ ਹੋਰ ਗੱਲ ਐਡ ਕਰਨਾ ਚਾਹੁੰਦੀ ਹਾਂ ਕਿ ਜਿਵੇਂ ਹਰਪਾਲ ਚੀਮਾ ਉਹਨਾਂ ਦੇ ਵੱਲੋਂ ਜਦੋਂ ਬਜਟ ਪੇਸ਼ ਕੀਤਾ ਜਾ ਰਿਹਾ ਸੀਗਾ ਤੇ ਨਾਲ ਦੇ ਨਾਲ ਹੀ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਜਿਹੜੇ ਸਾਧੇ ਗਏ। ਉਹਨਾਂ ਨੇ ਕੇਂਦਰ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਜਿਹੜੀ ਆ 9,035 ਕਰੋੜ ਰੁਪਏ ਜਿਹੜੇ ਰਿਲੀਜ਼ ਨਹੀਂ ਕਰ ਰਹੀ। ਵਾਰ-ਵਾਰ ਪ੍ਰਸਤਾਵ ਰੱਖੇ ਜਾਂਦੇ ਨੇ, ਵਾਰ-ਵਾਰ ਗੱਲਬਾਤ ਕੀਤੀ ਜਾਂਦੀ ਕੇਂਦਰ ਸਰਕਾਰ ਦੇ ਨਾਲ ਤੇ ਉਹ ਸਾਨੂੰ ਨਹੀਂ ਦਿੱਤੇ ਜਾ ਰਹੇ ਕੇਂਦਰ ਸਰਕਾਰ ਦੇ ਵੱਲੋਂ। ਨਾਲ ਦੇ ਨਾਲ ਹੀ ਕੇਂਦਰ ਸਰਕਾਰ ਤੇ ਇਹ ਵੀ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੀ ਪੰਜਾਬ ਨੂੰ ਰੂਰਲ ਡਿਵੈਲਪਮੈਂਟ ਫੰਡ 2,880 ਕਰੋੜ ਰੁਪਏ ਜਾਰੀ ਨਹੀਂ ਕੀਤੇ। ਤਾਂ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ 9,035 ਕਰੋੜ ਰੁਪਏ ਰਿਲੀਜ਼ ਨਹੀਂ ਕਰ ਰਹੀ ਤੇ ਨਾਲ ਦੇ ਨਾਲ ਹੀ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ 2,880 ਕਰੋੜ ਰੁਪਏ ਉਹ ਵੀ ਨਹੀਂ ਦੇ ਰਹੀ। ਤਾਂ ਇਹ ਕੇਂਦਰ ਤੇ ਇਲਜ਼ਾਮ ਲੱਗੇ ਨੇ। ਤਾਂ ਦੂਜੇ ਪਾਸੇ ਜਿੱਥੇ ਕੇਂਦਰ ਨੂੰ ਘੇਰਿਆ ਤੇ ਨਾਲ ਦੇ ਨਾਲ ਆਪਨੇ ਆਪਣੀਆਂ ਜਿਹੜੀਆਂ ਕੀਤੇ ਹੋਏ ਵਾਅਦੇ ਨੇ ਉਹ ਵੀ ਗਿਣਵਾ ਦਿੱਤੇ ਨੇ ਕਿ ਅਸੀਂ ਇੰਨੀਆਂ ਨੌਕਰੀਆਂ ਵੀ ਦਿੱਤੀਆਂ ਨੇ। ਤਾਂ ਉਹਨਾਂ ਨੇ ਕਿਹਾ ਕਿ 26,797 ਅਸੀਂ ਨੌਕਰੀਆਂ ਦਿੱਤੀਆਂ ਨੇ, ਇੱਕ ਸਾਲ ਚ ਦੇ ਚੁੱਕੇ ਆ ਉਹਨਾਂ ਦਾ। ਜੀ ਬਿਲਕੁਲ, ਇੱਕ ਸਾਲ ਦੇ ਵਿੱਚ ਉਹ ਦੇ ਚੁੱਕੇ ਨੇ। ਤਾਂ ਪ੍ਰਾਪਤੀਆਂ ਵੀ ਗਿਣਾਉਂਦੀ ਹੋਈ ਆਪ ਸਰਕਾਰ ਇੱਥੇ ਨਜ਼ਰ ਆਈ। ਜੀ ਲਾਅ ਐਂਡ ਆਰਡਰ ਦੇ ਵੱਲ ਆਉਨੇ ਆ। ਲਾਅ ਐਂਡ ਆਰਡਰ ਜੋ ਕਿ ਬੀਤੇ 1 ਸਾਲ ਤੋਂ ਪੰਜਾਬ ਸਰਕਾਰ ਦੇ ਨੱਕ ਵਿੱਚ ਦਮ ਕਰਨ ਵਾਲਾ ਮੁੱਦਾ ਬਣਿਆ ਰਿਹਾ। ਅਸੀਂ ਲਗਾਤਾਰ ਤਸਵੀਰਾਂ ਦੇਖਦੇ ਆ, ਹਰ ਵਾਰ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ। ਬੀਤੇ ਦਿਨ ਤਾਂ ਜਦੋਂ ਲਾਅ ਐਂਡ ਆਰਡਰ ਤੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਆਈ, ਉਸ ਸਮੇਂ ਮੀਤ ਹੇਅਰ ਖੜੇ ਹੁੰਦੇ ਨੇ। ਹਾਲਾਂਕਿ ਉਹਨਾਂ ਨੇ ਕੁਝ ਇੱਕ ਆਪਣਾ ਪੱਤਰ ਵੀ ਸਾਹਮਣੇ ਰੱਖਿਆ ਜਿਸ ਦੇ ਵਿੱਚ ਉਹ ਦਾਅਵਾ ਕਰਦੇ ਨੇ ਕਿ ਬੀਤੇ 13 ਸਾਲਾਂ ਦੇ ਮੁਕਾਬਲੇ 2022 ਚ ਸਭ ਤੋਂ ਘੱਟ ਕਤਲ ਹੋਏ ਨੇ। 600 ਕੁਝ ਕਤਲਾਂ ਦਾ ਉਹਨਾਂ ਨੇ ਦੱਸਿਆ। ਹਾਲਾਂਕਿ ਕਤਲ ਤਾਂ ਇੱਕ ਵੀ ਮਾੜਾ ਹੈ, ਪਰ ਜੇਕਰ ਰੇਸ਼ੋ ਉਹਨਾਂ ਦੇ ਮੁਤਾਬਕ ਘਟੀ ਹੋਈ ਹੈ, ਪਰ ਫਿਰ ਵੀ ਵਿਰੋਧੀ ਲਗਾਤਾਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਰਡਾਰ ਤੇ ਲੈਂਦੇ ਰਹੇ ਨੇ। ਲਾਅ ਐਂਡ ਆਰਡਰ ਦੇ ਲਈ 10,523 ਕਰੋੜ ਰੁਪਈਆ ਰੱਖਿਆ ਗਿਆ ਹੈ। 10,523 ਕਰੋੜ ਰੁਪਈਆ ਪੂਰੇ ਦੀ ਪੂਰੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਦੇ ਲਈ, ਜਿਸ ਦੇ ਵਿੱਚ
ਪੁਲਿਸ ਵੀ ਆ ਜਾਂਦੀ ਹੈ, ਜਿਸ ਦੇ ਵਿੱਚ ਵੱਖ-ਵੱਖ ਸਰਵੇਲੈਂਸ ਦੇ ਤਰੀਕੇ ਆ ਜਾਂਦੇ ਨੇ। ਹਰ ਤਰੀਕੇ ਦੇ ਨਾਲ ਪੁਖਤਾ ਕਰਨ ਦੇ ਲਈ ਪੰਜਾਬ ਦੀ ਸੁਰੱਖਿਆ ਨੂੰ, ਪੰਜਾਬ ਦੇ ਲੋਕਾਂ ਨੂੰ 10,523 ਕਰੋੜ ਰੁਪਈਆ ਰੱਖਿਆ ਗਿਆ। ਬੀਤੇ ਸਾਲ ਦੇ ਮੁਕਾਬਲੇ 11% ਵੱਧ ਹੈ। ਪੁਲਿਸ ਫੋਰਸ ਨੂੰ ਮਜ਼ਬੂਤ ਕਰਨ ਦੇ ਲਈ 64 ਕਰੋੜ ਰੁਪਈਆ ਖਰਚਿਆ ਜਾਣਾ ਹੈ। ਬਾਰਡਰ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਬਲ ਨੂੰ ਮਜ਼ਬੂਤ ਕਰਨ ਦੇ ਲਈ 40 ਕਰੋੜ ਰੁਪਈਆ ਖਰਚਿਆ ਜਾਣਾ ਹੈ। ਸੋ ਇੱਕ ਤਰੀਕੇ ਦੇ ਨਾਲ ਵੱਡੀ ਤਜਵੀਜ਼ ਰੱਖੀ ਗਈ ਹੈ, ਵੱਡਾ ਟੀਚਾ ਮਿੱਥਿਆ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਹਰੇਕ ਤਰੀਕੇ ਦੇ ਨਾਲ ਨਜਿੱਠਣ ਨੂੰ। ਕਿਉਂਕਿ ਬੀਤੇ ਦਿਨੀ G20 ਸਮਿਟ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਜਦੋਂ ਮਿਲਦੇ ਨੇ ਪੰਜਾਬ ਦੇ ਸੀਐਮ, ਉਹਨਾਂ ਦੇ ਵੱਲੋਂ ਕੁਝ ਟੁਕੜੀਆਂ ਪੰਜਾਬ ਦੇ ਵਿੱਚ ਭੇਜੀਆਂ ਜਾਂਦੀਆਂ ਨੇ। ਉਸ ਨੂੰ ਲੈ ਕੇ ਖਾਸ ਤੌਰ ਤੇ ਤੰਜ ਕੱਸਿਆ ਜਾਂਦਾ ਸੀ ਕਿ ਕੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਇੰਨੀ ਸક્ષਮ ਨਹੀਂ ਹੈ, ਉਹਨਾਂ ਦੇ ਕੋਲ ਇੰਨੀ ਪਾਵਰ ਨਹੀਂ ਹੈ ਕਿ ਉਹ ਆਪ ਇਸ ਸਾਰੇ ਨੂੰ ਹੈਂਡਲ ਕਰ ਸਕਣ। ਕਿਉਂਕਿ G20 ਸਮਿਟ ਹੈ, ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀ ਆਉਣੇ ਨੇ। ਉਸ ਦੇ ਲਈ ਜੇਕਰ ਉਹ ਭੇਜੀ ਗਈ ਹੈ ਟੁਕੜੀ, ਉਸ ਨੂੰ ਬਹੁਤ ਮਾਇਨਿਆਂ ਨਾਲ ਦੇਖਿਆ ਜਾ ਰਿਹਾ। ਪਰ ਇਹ ਤਜਵੀਜ਼ ਜਿਹੜੀ ਪੈਸਿਆਂ ਲਈ ਰੱਖੀ ਗਈ ਹੈ, ਬੇਹੱਦ ਅਹਿਮ ਹੈ। ਹੁਣ ਆਉਂਦੇ ਆ ਸਪੋਰਟਸ ਦੇ ਉੱਪਰ। ਪੰਜਾਬ ਸਰਕਾਰ ਦੇ ਵੱਲੋਂ ਬੀਤੇ 1 ਸਾਲ ਦੇ ਵਿੱਚ ਸਪੋਰਟਸ ਦੇ ਲਈ ਬਹੁਤ ਕੰਮ ਕੀਤਾ ਗਿਆ ਹੈ। ਜੇਕਰ ਇਹ ਅਸੀਂ ਨਹੀਂ, ਇਹ ਆંકੜੇ ਕਹਿ ਰਹੇ ਨੇ, ਅਸੀਂ ਆਪਣੇ ਤੋਂ ਕੁਝ ਵੀ ਨਹੀਂ ਕਹਿ ਰਹੇ। ਕਿਉਂਕਿ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਨੇ, ਵੱਡੇ ਇਨਾਮ ਰੱਖੇ ਗਏ ਨੇ, ਉਸ ਦੇ ਵਿੱਚ ਵੱਡੇ ਇਨਾਮ ਦਿੱਤੇ ਗਏ। ਬਹੁਤ ਚਰਚਾ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਰਹੀਆਂ। ਇਸ ਤੋਂ ਬਾਅਦ ਹੁਣ ਬਜਟ ਦੇ ਵਿੱਚ 55% ਦਾ ਵਾਧਾ ਪਿਛਲੇ ਸਾਲ ਦੇ ਨਾਲੋਂ ਹੈ, ਕਰੀਬ ਅੱਧੇ ਤੋਂ ਵੀ ਜ਼ਿਆਦਾ। ਇਸ ਤੇ ਕੀ ਟਿੱਪਣੀ ਕਰੋਗੇ? ਕਿਉਂਕਿ 55% ਦਾ ਵਾਧਾ ਕਰ ਦੇਣਾ, ਸਿੱਧਾ ਅੱਧੇ ਤੋਂ ਵੀ ਜ਼ਿਆਦਾ ਵਾਧਾ ਕਰ ਦੇਣਾ, ਖੇਡਾਂ ਨੂੰ ਕਿਵੇਂ ਪ੍ਰੋਤਸਾਹਨ ਕਰਨਾ ਚਾਹੁੰਦੇ ਨੇ? ਜੀ ਤਾਂ ਬਿਲਕੁਲ ਜਿਵੇਂ ਮੇਰੇ ਸਹਿਯੋਗੀ ਗੁਰਪ੍ਰੀਤ ਨੇ ਗੱਲ ਕੀਤੀ ਹੈ ਕਿ ਖੇਡਾਂ ਨੂੰ ਕਿਵੇਂ ਪ੍ਰੋਤਸਾਹਨ ਕਰਨਾ ਚਾਹੋਗੇ, ਤਾਂ ਉਧਰ ਹੀ ਖੇਡ ਮੰਤਰੀ ਗੁਰਮੀਤ ਮੀਥੇਰ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ तमाम ਜਿਹੜੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਨੇ ਕਿ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਕਿਵੇਂ ਉਤਸ਼ਾਹਿਤ ਕੀਤਾ ਜਾਵੇ। ਕਿਉਂਕਿ ਨੌਜਵਾਨ ਪੀੜ੍ਹੀ ਦੇਖਿਆ ਜਾਵੇ ਤਾਂ ਪਿੰਡਾਂ ਦੇ ਵਿੱਚ ਨੌਜਵਾਨ ਜਿਹੜੇ ਨਸ਼ੇ ਕਰਦੇ ਹੋਏ ਪਾਏ ਜਾਂਦੇ ਨੇ, ਤਾਂ ਨਸ਼ੇ ਤੋਂ ਹਟਾਉਣ ਦੇ ਲਈ ਖੇਡਾਂ ਦੇ ਵੱਲ ਪ੍ਰੋਤਸਾਹਨ ਕੀਤਾ ਜਾਵੇ, ਤਾਂ ਉਸ ਨੂੰ ਲੈ ਕੇ ਯੋਜਨਾਵਾਂ ਬਣਾਈਆਂ ਗਈਆਂ। ਤੇ ਹੁਣ ਤੁਹਾਨੂੰ ਦੱਸ ਦਈਏ ਕਿ ਖੇਡਾਂ ਦੇ ਲਈ 258 ਕਰੋੜ ਰੁਪਏ ਦਾ ਪ੍ਰਸਤਾਵ ਰੱਖ ਦਿੱਤਾ ਗਿਆ ਤੇ ਨਾਲ ਦੇ ਨਾਲ ਹੀ ਸਪੋਰਟਸ ਐਂਡ ਕੰਪਲੈਕਸਾਂ ਲਈ 46 ਕਰੋੜ ਤੋਂ ਲੈ ਕੇ 46 ਕਰੋੜ ਰੱਖੇ ਪਏ ਨੇ। ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਲਟੀ ਸਪੋਰਟਸ ਕੰਪਲੈਕਸਾਂ ਦੇ ਲਈ 46 ਕਰੋੜ ਤੋਂ 32 ਪ੍ਰੋਜੈਕਟਸ ਜਿਹੜੇ ਆ ਉਹ ਕੰਮ ਕਰ ਰਹੇ ਨੇ, ਜਾਰੀ ਨੇ ਉਹਨਾਂ ਦੇ ਕੰਮ। ਤਾਂ ਅਲੱਗ-ਅਲੱਗ ਪ੍ਰੋਜੈਕਟ ਜਿਹੜੇ ਲਿਆਂਦੇ ਜਾ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੇਡਾਂ ਨੂੰ ਹੋਰ ਜ਼ਿਆਦਾ ਵਧਾਇਆ ਜਾਵੇ, ਨੌਜਵਾਨ ਜਿਹੜੇ ਆ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਹੋਣ। ਕਿਉਂਕਿ ਮੇਨ ਮੁੱਦਾ ਇੱਥੇ ਰਹਿ ਜਾਂਦਾ ਕਿ ਨੌਜਵਾਨ ਜਦੋਂ ਖੇਡਦਾ ਹੈ ਉਸ ਨੂੰ ਇਨਾਮ ਮਿਲਦੇ ਨੇ, ਤਾਂ ਕਿਤੇ ਨਾ ਕਿਤੇ ਇਨਾਮ ਦੇ ਨੂੰ ਲੈ ਕੇ ਵੀ ਜਿਹੜੇ ਨੌਜਵਾਨ ਆ ਖੇਡਾਂ ਨੂੰ ਹੋਰ ਵੀ ਜ਼ਿਆਦਾ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਦੇ ਵਿੱਚ ਭਾਗ ਲੈਂਦੇ ਨੇ। ਤਾਂ ਉਸ ਤੋਂ ਬਾਅਦ ਹੀ ਮੇਨ ਮੁੱਦਾ ਇਹ ਰਹਿ ਜਾਂਦਾ ਕਿ ਖੇਡਾਂ ਤੋਂ ਬਾਅਦ ਜਦੋਂ ਇਨਾਮ ਦਿੱਤੇ ਜਾਂਦੇ ਨੇ, ਜਦੋਂ ਖੇਡ ਤੋਂ ਉਹ ਚਲੇ ਲਾਂਬੇ ਹੋ ਜਾਂਦੇ ਨੇ, ਫਿਰ ਨੌਕਰੀਆਂ ਦਾ ਬਹੁਤ ਮਸਲਾ ਬਣਦਾ ਹੈ। ਨੌਕਰੀਆਂ ਦਾ ਬੜਾ ਵੱਡਾ ਮਸਲਾ ਰਹਿ ਜਾਂਦਾ ਹੈ। ਬੀਤੇ ਦਿਨੀ ਇੱਕ ਪੱਲੀਦਾਰ ਕੰਮ ਕਰਨ ਵਾਲੇ ਨੂੰ ਵੀ ਨੌਕਰੀ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ। ਇਹ ਮੁੱਦਾ ਬਹੁਤ ਭਖਦਾ ਹੈ, ਖਾਸ ਤੌਰ ਤੇ ਹਰਿਆਣੇ ਦੇ ਨਾਲ ਸਪੋਰਟਸ ਨੂੰ ਲੈ ਕੇ ਬਹੁਤ ਕੰਪੀਟੀਸ਼ਨ ਰਹਿੰਦਾ ਹੈ। ਹਰ ਵਾਰ ਇਹ ਤਜਵੀਜ਼ ਆਉਂਦੀ ਹੈ, ਹਰ ਵਾਰ ਇਹ ਗੱਲ ਆਖੀ ਜਾਂਦੀ ਹੈ ਕਿ ਹਰਿਆਣੇ ਦੀ ਤਰਜ਼ ਤੇ ਸਪੋਰਟਸ ਦੀ ਨੀਤੀ ਤਿਆਰ ਕਰੋ, ਕਿਉਂਕਿ ਹਰਿਆਣਾ ਆਪਣੇ ਖਿਡਾਰੀਆਂ ਤੇ ਦਿਲ ਖੋਲ ਕੇ ਪੈਸਾ ਖਰਚ ਕਰਦਾ ਹੈ। ਸੋ ਉਸੇ ਨੂੰ ਲੈ ਕੇ ਦੇਖਿਆ ਜਾ ਸਕਦਾ ਹੈ ਕਿ 55% ਦਾ ਵਾਧਾ ਕਿਸੇ ਇੱਕ ਖੇਤਰ ਦੇ ਵਿੱਚ ਕਰ ਦੇਣਾ ਬੇਹੱਦ ਅਹਿਮ ਗੱਲ ਹੋ ਜਾਂਦੀ ਹੈ। ਇੰਡਸਟਰੀ ਦੇ ਵੱਲ ਆਉਂਦੇ ਆ ਹੁਣ, ਕਿਉਂਕਿ ਇੰਡਸਟਰੀ ਇੱਕ ਤਰੀਕੇ ਦੇ ਨਾਲ ਖੇਤੀਬਾੜੀ ਤੋਂ ਬਾਅਦ ਦੂਸਰਾ ਧੁਰ ਹੈ ਜਿਸ ਦੇ ਉੱਪਰ ਪੰਜਾਬ ਚੱਲਦਾ ਹੈ, ਪੰਜਾਬ ਦੀ ਇਨਕਮ ਹੁੰਦੀ ਹੈ। ਬੇਸ਼ੱਕ ਅਸੀਂ ਖੇਤੀਬਾੜੀ ਪ੍ਰਧਾਨ ਸੂਬਾ ਹਾਂ, ਪਰ ਖੇਤੀਬਾੜੀ ਤੋਂ ਇਲਾਵਾ ਇੰਡਸਟਰੀ ਹੋਵੇ ਤਾਂ ਪੰਜਾਬ ਦੇ ਵਿੱਚ ਵਿਹਲੇ ਘੁੰਮ ਰਹੇ ਨੌਜਵਾਨ ਜਿਹੜੇ ਕਹਿੰਦੇ ਨੇ ਕਿ ਪੰਜਾਬ 'ਚ ਕੰਮ ਨਹੀਂ ਹੈ, ਉਹ ਕੰਮ ਤੇ ਜਾ ਸਕਣਗੇ। ਪੰਜਾਬ ਦੀ ਇਕਨੋਮੀ ਨੂੰ ਹੁਲਾਰਾ ਮਿਲੂਗਾ, ਪੰਜਾਬ ਡਿਵੈਲਪ ਹੋਊਗਾ ਵੱਖ-ਵੱਖ ਤਰੀਕੇ ਦੀਆਂ ਜਦੋਂ ਇੱਥੇ ਇੰਡਸਟਰੀਜ਼ ਆਉਣਗੀਆਂ। ਸੋ ਇੰਡਸਟਰੀ ਦੇ ਲਈ ਬੀਤੇ 11 ਮਹੀਨੇ ਦੇ ਵਿੱਚ 2295 ਇਨਵੈਸਟਮੈਂਟ ਆਈ ਹੈ। ਤਕਰੀਬਨ 2295 ਵੱਖ-ਵੱਖ ਇਨਵੈਸਟਮੈਂਟਾਂ ਆਈਆਂ ਨੇ ਪੂਰੇ 11 ਮਹੀਨਿਆਂ ਦੇ ਵਿੱਚ। ਪੂਰਾ ਸਾਲ ਹੋ ਗਿਆ ਸਰਕਾਰ ਨੂੰ ਤੇ 11 ਮਹੀਨੇ ਉਸ ਦੇ ਵਿੱਚੋਂ ਲਾਂਬੇ ਕਰ ਲਓ, ਉਸ ਦੇ ਵਿੱਚ ਇਹ ਵਾਲੀਆਂ ਜਿਹੜੀਆਂ ਇਨਵੈਸਟਮੈਂਟ ਆਈਆਂ ਨੇ। ਤੇ ਇਨਵੈਸਟਮੈਂਟਾਂ ਦੀ ਰਕਮ ਸੁਣ ਕੇ ਤੁਸੀਂ ਬੇਸ਼ੱਕ ਹੈਰਾਨ ਹੋ ਜਾਵੋਗੇ। 41,043 ਕਰੋੜ ਰੁਪਏ ਦੀ ਪ੍ਰਪੋਜ਼ਲ ਆਈ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਇਨਵੈਸਟ ਹੋਣਾ ਹੈ। ਉਸ ਦੇ ਨਾਲ ਪੰਜਾਬ ਦੀ ਇਕਨੋਮੀ ਨੂੰ, ਪੰਜਾਬ ਦੇ ਅਰਥਚਾਰੇ ਨੂੰ ਕਿੰਨਾ ਹੁਲਾਰਾ ਮਿਲੇਗਾ, ਇਸ ਤੋਂ ਅਸੀਂ ਸੁਭਾਵਿਕ ਹੀ ਅੰਦਾਜ਼ਾ ਲਗਾ ਸਕਦੇ ਹਾਂ।
MSME ਛੋਟੇ ਬਿਜ਼ਨਸ ਕਰਨ ਵਾਲੇ ਜਿਹੜੇ ਘਰਾਂ ਤੋਂ ਗ੍ਰਹਿਣੀਆਂ ਬਿਜ਼ਨਸ ਚਲਾਉਂਦੀਆਂ ਨੇ, ਛੋਟੇ ਬਿਜ਼ਨਸ ਹੁੰਦੇ ਨੇ, ਮਾਈਕਰੋ ਸਮਾਲ ਬਿਜ਼ਨੈਸਸ ਜਿਹਨੂੰ ਕਹਿੰਦੇ ਨੇ, ਉਹਨਾਂ ਤੇ ਜੇਕਰ ਗੱਲ ਕਰੀਏ ਤਾਂ ਉਸ ਦੇ ਵਿੱਚ 20 ਰੂਰਲ ਇੰਡਸਟਰੀਜ਼ ਤਿਆਰ ਕੀਤੀਆਂ ਜਾਣੀਆਂ ਨੇ, 15 ਇੰਡਸਟਰੀਅਲ ਪਾਰਕਾਂ ਦਾ ਨਿਰਮਾਣ ਹੋਣਾ ਹੈ। ਇਹ ਇੱਕ ਚੰਗੀ ਪਹਿਲ ਕਦਮੀ ਹੈ ਉਹਨਾਂ ਦੇ ਲਈ ਜਿਹੜੀਆਂ ਕਿ ਛੋਟੇ ਬਿਜ਼ਨਸ ਦੇ ਨਾਲ ਜਿਹੜੇ ਲੋਕ ਛੋਟਾ ਬਿਜ਼ਨਸ ਕਰਦੇ ਨੇ, ਆਪਣੇ ਘਰਾਂ ਤੋਂ ਬਿਜ਼ਨਸ ਚਲਾਉਂਦੇ ਨੇ, ਉਹਨਾਂ ਦੇ ਲਈ ਇਹ ਬੇहद ਅਹਿਮ ਗੱਲ ਰਹੇਗੀ। ਹੈਲਥ ਐਂਡ ਫੈਮਿਲੀ ਵੈਲਫੇਅਰਸ ਤੇ ਆਉਨੇ ਆ ਤਾਂ ਬਿਲਕੁਲ 4781 ਕਰੋੜ ਰੁਪਇਆ ਰੱਖਿਆ ਗਿਆ ਜੀ। ਤਾਂ ਜਿਵੇਂ ਮੁੱਖ ਮੰਤਰੀ ਉਹਨਾਂ ਦੀ ਸਰਕਾਰ ਬਣਦੇ ਸਾਰ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਜੋ ਵਿਕਾਸ ਦਿੱਲੀ ਦੇ ਵਿੱਚ ਆ ਤਾਂ ਉਹੀ ਪੰਜਾਬ ਦੇ ਵਿੱਚ ਕੀਤਾ ਜਾਵੇਗਾ। ਜਿਵੇਂ ਦਿੱਲੀ ਦੇ ਵਿੱਚ ਆਮ ਆਦਮੀ ਕਲੀਨਿਕ ਖੋਲੇ ਗਏ ਨੇ ਤਾਂ ਇੱਥੇ ਪੰਜਾਬ ਦੇ ਵਿੱਚ ਵੀ ਖੋਲੇ ਜਾ ਚੁੱਕੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ, ਹਾਲਾਂਕਿ ਵਿੱਤ ਮੰਤਰੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 4781 ਕਰੋੜ ਰੁਪਏ ਜਿਹੜੇ ਆ ਉਹ ਰੱਖੇ ਗਏ ਨੇ, ਇਸ ਲਈ ਪ੍ਰਸਤਾਵ ਰੱਖ ਦਿੱਤਾ ਗਿਆ ਤੇ 11 ਮਹੀਨੇ ਦੇ ਮੁਕਾਬਲੇ ਜਿਹੜੇ ਆ ਇਹ ਸਭ ਤੋਂ ਵੱਧ ਜਿਹੜਾ ਰੱਖਿਆ ਗਿਆ। ਤੇ ਨਾਲ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਦਿਨਾਂ ਦੇ ਵਿੱਚ ਜਾਂ ਮਹੀਨਿਆਂ ਦੇ ਦੌਰਾਨ ਹੀ 142 ਜਿਹੜੇ ਆ ਆਮ ਆਦਮੀ ਕਲੀਨਿਕ ਜਿਹੜੇ ਆ ਉੱਥੇ ਸਥਾਪਿਤ ਕਰ ਦਿੱਤੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਦੌਰਾਨ ਵੀ ਹੋਰ ਬਣ ਰਹੇ ਨੇ, ਨਿਰਮਾਣ ਹੋ ਰਿਹਾ ਤੇ ਉਹ ਵੀ ਸਥਾਪਿਤ ਪੂਰਨ ਤੌਰ ਦੇ ਉੱਤੇ ਕਰ ਦਿੱਤੇ ਜਾਣਗੇ। ਤੇ ਜੱਚਾ ਬੱਚਾ ਦੇ ਲਈ 18 ਕਰੋੜ ਰੁਪਏ ਦਿੱਤੇ ਗਏ ਨੇ ਤੇ ਨਾਲ ਦੇ ਨਾਲ ਹੀ 250 ਬੈੱਡ ਦੇ ਆਯੂਸ਼ ਹਸਪਤਾਲ ਦੇ ਲਈ 18 ਕਰੋੜ ਰੁਪਏ ਪ੍ਰਸਤਾਵਿਤ ਰੱਖ ਦਿੱਤੇ ਗਏ ਨੇ। ਤੇ ਨਾਲ ਦੇ ਨਾਲ ਹੀ ਸਕੈਨ ਮਸ਼ੀਨਾਂ ਜਿਹੜੀਆਂ ਕਿ ਇਸ ਦੀ ਮਨਪ੍ਰੀਤ ਆਲੀ ਉਹਨਾਂ ਦੇ ਵੱਲੋਂ ਵੀ ਮੰਗ ਕੀਤੀ ਗਈ ਸੀ ਕਿ ਕੈਂਸਰ ਬੜੀ ਬੁਰੀ ਅਲਾਮਤ ਹੈ ਪੰਜਾਬ ਦੇ ਵਿੱਚ, ਖਾਸ ਤੌਰ ਤੇ ਇਹ ਕੈਂਸਰ ਟ੍ਰੇਨ ਚੱਲਦੀ ਹੈ, ਬਦਨਾਮ ਹੈ ਪੰਜਾਬ ਪੂਰੀ ਦੁਨੀਆ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਕਿ ਪਾਣੀ ਸਾਡਾ ਇੰਨਾ ਗੰਦਲਾ ਹੋ ਗਿਆ ਜਿਸ ਦੇ ਨਾਲ ਕੈਂਸਰ ਹੁੰਦਾ ਹੈ। ਉਸ ਦੇ ਲਈ 17 ਕਰੋੜ ਰੁਪਈਆ ਵੱਖ-ਵੱਖ ਤਰ੍ਹਾਂ ਦੀਆਂ ਸਕੈਨ ਮਸ਼ੀਨਾਂ ਦੇ ਲਈ ਰੱਖਿਆ ਗਿਆ, ਜਿਨ੍ਹਾਂ ਦੇ ਨਾਲ ਜਲਦੀ ਸਕੈਨ ਕੀਤਾ ਜਾਵੇਗਾ ਤੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਹ ਜਿਹੜੀ ਅਲਾਮਤ ਪੰਜਾਬ ਦੇ ਮੱਥੇ ਤੇ ਲੱਗੀ ਹੋਈ ਹੈ। ਸੋ ਰੋਜ਼ਗਾਰ ਜਨਰੇਟ ਕਰਨ ਦਾ ਮੁੱਦਾ ਬੜਾ ਅਹਿਮ ਸੀ। ਪੰਜਾਬ ਸਰਕਾਰ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੰਦੀ ਸੀ ਕਿ ਪੰਜਾਬ ਦੇ ਚੁੱਲ੍ਹਿਆਂ ਦੇ ਵਿੱਚ ਅੱਗ ਬਾਲਣੀ ਹੈ, ਪੰਜਾਬ ਦੇ ਨੌਜਵਾਨਾਂ ਨੂੰ ਕੰਮ ਦੇਣਾ ਹੈ। ਸੋ ਕੰਮ ਦੇਣ ਦੇ ਲਈ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਵੱਖ-ਵੱਖ ਏਜੰਸੀਆਂ ਦੇ ਨਾਲ MOU ਸਾਈਨ ਹੋ ਚੁੱਕੇ ਨੇ। ਇਹ ਗੱਲ ਬੀਤੇ ਦਿਨੀ ਵੀ ਸਾਹਮਣੇ ਆਈ ਸੀ ਕਿਉਂਕਿ ਪੰਜਾਬ ਦੇ ਵਿੱਚ ਬੜੀ ਸਾਰੀ ਇੰਡਸਟਰੀ ਨਿਵੇਸ਼ ਕਰਨ ਦੇ ਲਈ ਆਈ ਹੈ, ਇਹ ਕਹਿਣਾ ਹੈ ਭਗਵੰਤ ਮਾਨ ਸਰਕਾਰ ਦਾ। ਸੋ MOU ਸਾਈਨ ਹੋਏ ਨੇ ਤਾਂ ਨੌਕਰੀਆਂ ਵੀ ਬਹੁਤ ਸਾਰੀਆਂ ਨਿਕਲਣਗੀਆਂ। 163 ਕਰੋੜ ਰੁਪਈਆ ਇਹ ਸਾਰੇ ਲਈ ਰੱਖਿਆ ਗਿਆ ਹੈ ਜਿਹੜਾ ਕਿ ਇਸ ਤੇ ਨਿਵੇਸ਼ ਕੀਤਾ ਜਾਣਾ ਹੈ ਆਉਣ ਵਾਲੇ 1 ਸਾਲ ਦੇ ਵਿੱਚ। ਮੈਡੀਕਲ ਐਜੂਕੇਸ਼ਨ ਦੇ ਲਈ 1015 ਕਰੋੜ ਰੁਪਈਆ ਰੱਖਿਆ ਗਿਆ ਹੈ। ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਹੀ ਗੱਲ ਕੀਤੀ ਸੀ ਕਿ ਮੈਡੀਕਲ ਐਜੂਕੇਸ਼ਨ ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਡਾਕਟਰੀ ਕਿੱਤਾ ਤਿਆਰ ਕਰਨਾ, ਇੱਥੇ ਹੀ ਡਾਕਟਰ ਤਿਆਰ ਕਰਨਾ ਤੇ ਉਹਨਾਂ ਤੋਂ ਸੇਵਾਵਾਂ ਲੈਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਸਰਕਾਰੀ ਹਸਪਤਾਲਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ। ਬੜਾ ਵੱਡਾ ਹਸਪਤਾਲ ਹੁੰਦਾ ਹੈ, ਡਾਕਟਰ ਸਿਰਫ ਤੇ ਸਿਰਫ ਇੱਕ ਹੁੰਦਾ ਹੈ, ਉਸ ਦੇ ਵਿੱਚ ਵੀ SMO ਬੈਠਾ ਹੁੰਦਾ ਹੈ, ਉਸ ਤੋਂ ਇਲਾਵਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਸੋ ਹੁਣ ਆਉਨੇ ਆ ਪੰਜਾਬ ਜਿਸ ਦੇ ਲਈ ਜਾਣਿਆ ਜਾਂਦਾ ਖੇਤੀਬਾੜੀ ਦੇ ਲਈ, ਖੇਤੀ ਪ੍ਰਧਾਨ ਸੂਬਾ ਹੈ ਤੇ ਇਸ ਦੇ ਲਈ ਹੁਣ ਖੇਤੀ ਦੇ ਲਈ ਇਸ ਸਾਲ ਦੇ ਵਿੱਚ 13,888 ਕਰੋੜ ਰੁਪਈਆ ਰੱਖਿਆ ਗਿਆ ਹੈ ਜਿਹੜਾ ਕਿ ਬਹੁਤ ਵੱਡੀ ਰਕਮ ਹੋ ਜਾਂਦੀ ਹੈ। ਤੇ ਇਸ ਦੇ ਵਿੱਚੋਂ ਪਰਾਲੀ ਜਾਲਣ ਦੇ ਮਾਮਲੇ ਪਿਛਲੀ ਵਾਰ ਤੋਂ 30% ਘਟੇ ਨੇ। ਇਸ ਵਾਰ ਪੰਜਾਬ ਸਰਕਾਰ ਦਾ ਇਹ ਦਾਅਵਾ ਹੈ। ਠੱਲ ਪਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਲਗਾਤਾਰ ਮਾਮਲੇ ਵੀ ਦਰਜ ਹੁੰਦੇ ਰਹੇ ਨੇ। ਪਰਾਲੀ ਨਹੀਂ ਜਲਾਉਣ ਦੇ ਲਈ 350 ਕਰੋੜ ਰੁਪਏ ਦਾ ਬਜਟ ਅਲੱਗ ਤੋਂ ਰੱਖਿਆ ਗਿਆ ਕਿ ਪਰਾਲੀ ਨਾ ਸਾੜੀ ਜਾਵੇ, ਉਸ ਦੇ ਲਈ ਵੱਖ-ਵੱਖ ਮਸ਼ੀਨਰੀਆਂ ਦਿੱਤੀਆਂ ਜਾਣ ਕਿ ਇਸ ਮਸ਼ੀਨਰੀ ਦੇ ਨਾਲ ਤੁਸੀਂ ਆਪਣੇ ਖੇਤ ਦੇ ਵਿੱਚ ਰਹਿੰਦ ਖੂੰਦ ਸੋਧ ਲਓ ਪਰ ਇਹ ਕੰਮ ਨਾ ਕਰੋ। ਸੋ GNDU ਨੇ ਟਿਸ਼ੂ ਤਕਨੀਕ ਦੇ ਨਾਲ ਪੰਜਾਬ ਦੇ ਵਾਤਾਵਰਣ ਦੇ ਅਨੁਸਾਰ ਤਿਆਰ ਹੋਣ ਵਾਲੇ ਸੇਬ ਦੀ ਗੱਲ ਕੀਤੀ ਸੀ। ਸੋ ਕਹਿੰਦੇ ਬੜੇ ਮਸ਼ਹੂਰ ਹੁੰਦੇ ਸੀ ਕਸ਼ਮੀਰੀ ਸੇਬ, ਹੁਣ ਪੰਜਾਬ ਦੇ ਸੇਬਾਂ ਦੀ ਗੱਲ ਹੋ ਕਹਿੰਦੇ 2 ਸਾਲ ਦੇ ਵਿੱਚ ਬਾਗਾਂ 'ਚ ਲਗਾ ਦਿੱਤੇ ਜਾਣਗੇ ਜੀ। ਸੋ ਇਹ ਇੱਕ ਅਹਿਮ ਪਹਿਲ ਕਦਮੀ ਕਹਿ ਸਕਦੇ ਹਾਂ। ਸੋ ਪੰਜਾਬ ਸਰਕਾਰ ਦੇ ਵੱਲੋਂ ਇਸ ਜਿਹੜੀਆਂ ਸਾਰੀਆਂ ਤਜਵੀਜ਼ਾਂ ਤੁਹਾਨੂੰ ਦੱਸੀਆਂ ਨੇ, ਸੋ ਇਹ ਸੀ ਬਜਟ ਜਿਸ ਦੇ ਵਿੱਚ ਬੜਾ ਕੁਝ ਖਾਸ ਸੀ। 1 ਸਾਲ ਪੂਰਾ ਹੋਇਆ ਪੰਜਾਬ ਸਰਕਾਰ ਦਾ। ਆਖਰੀ ਟਿੱਪਣੀ ਮਨਪ੍ਰੀਤ ਜੀ ਤੋਂ ਲਵਾਂਗੇ, ਫਿਰ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ ਜੀ। ਕੀ ਕਹੋਗੇ ਆਲ ਓਵਰ ਬਜਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਆਉਣ ਵਾਲੇ 1 ਸਾਲ ਦੇ ਵਿੱਚ ਜੋ ਕੁਝ ਇਹ ਉਹਨਾਂ ਨੇ ਤੈਅ ਕੀਤਾ, ਇੱਕ ਰੋਡ ਮੈਪ ਤੈਅ ਕੀਤਾ, ਇਸ ਨੂੰ ਦੇਖਦੇ ਹੋਏ ਵਿਰੋਧੀਆਂ ਦੀਆਂ ਕੀ ਪ੍ਰਤੀਕਿਰਿਆ ਆ ਰਹੀਆਂ ਨੇ, ਇੱਕ ਵਾਰ ਉਹ ਦੱਸ ਦਿਓ।
ਤਾਂ ਬਿਲਕੁਲ ਜਿਵੇਂ ਬਜਟ ਪੇਸ਼ ਕਰਨ ਦੀ ਗੱਲ ਕੀਤੀ ਜਾ ਰਹੀ ਸੀਗੀ, ਤਾਂ ਜਿਵੇਂ ਮੇਰੇ ਸਹਿਯੋਗੀ ਨੇ ਵੀ ਗੱਲ ਕੀਤੀ ਕਿ ਵਿਰੋਧੀਆਂ ਦੀ ਕੀ ਇਹਦੇ ਵਿੱਚ ਭੂਮਿਕਾ ਰਹੀ ਹੈ। ਹਾਲਾਂਕਿ ਜਦੋਂ ਵਿੱਤ ਮੰਤਰੀ ਹਰਪਾਲ ਚੀਮਾ ਬਜਟ ਪੇਸ਼ ਕਰ ਰਹੇ ਸੀਗੇ ਤਾਂ ਉਸ ਦੌਰਾਨ ਕੁਝ ਟਿੱਪਣੀ ਜਿਹੜੀ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੁਣਾਂ ਦੇ ਵੱਲੋਂ ਉੱਠ ਕੇ ਕੀਤੀ ਜਾਂਦੀ ਹੈ। ਤਾਂ ਉਸ ਦੌਰਾਨ ਉਹਨਾਂ ਨੂੰ ਟੋਕਦੇ ਹੋਏ ਕੁਲਤਾਰ ਸਿੰਘ ਸੰਧਵਾ ਸਪੀਕਰ ਕਹਿੰਦੇ ਨੇ ਕਿ ਤੁਹਾਨੂੰ ਸਮਾਂ ਦਿੱਤਾ ਜਾਵੇਗਾ, ਜੋ ਵੀ ਤੁਹਾਨੂੰ ਲੈ ਕੇ ਕੋਈ ਪ੍ਰੋਬਲਮ ਆ ਰਹੀ ਹੈ, ਕੋਈ ਡਿਸਕਸ਼ਨ ਕਰਨੀ ਹੈ ਤਾਂ ਉਹਦੇ ਲਈ ਅਲੱਗ ਤੋਂ ਸਮਾਂ ਦਿੱਤਾ ਜਾਵੇਗਾ, ਪਰ ਉਹਨਾਂ ਨੂੰ ਆਪਣੀ ਸਪੀਚ ਪੂਰੀ ਕਰਨ ਦਿੱਤੀ ਜਾਵੇ। ਪਰ ਇਸੇ ਦੌਰਾਨ ਹੀ ਗੁਰਪ੍ਰੀਤ ਜੀ ਇੱਕ ਅਹਿਮ ਗੱਲ ਰਹੀ ਹੈ ਕਿ ਕਾਂਗਰਸ ਪਾਰਟੀ ਲਗਾਤਾਰ 3 ਦਿਨ ਹੋ ਚੁੱਕੇ ਨੇ ਵਾਕਆਊਟ ਕਰਕੇ ਬਾਹਰ ਚਲੀ ਜਾਂਦੀ ਹੈ, ਬਾਹਰ ਆ ਕੇ ਨਾਅਰੇਬਾਜ਼ੀ ਲੱਗਦੀ ਹੋਈ ਨਜ਼ਰ ਆਉਂਦੀ ਹੈ ਤੇ ਇੱਕ ਵਾਰ ਫਿਰ ਤੋਂ ਉਹੀ ਮਾਹੌਲ ਜਿਹੜਾ ਸੰਸਦ ਦੇ ਅੰਦਰ ਵੀ ਦੇਖਣ ਨੂੰ ਮਿਲਿਆ ਜਦੋਂ ਸਪੀਕਰ ਦੀ ਗੱਲ ਨਾ ਮੰਨਦੇ ਹੋਏ ਕਾਂਗਰਸੀ ਜਿਹੜੇ ਵਾਕਆਊਟ ਕਰਕੇ ਬਾਹਰ ਚਲੇ ਜਾਂਦੇ ਆ। ਜੀ ਉੱਥੇ ਘਰੇਲੂ ਖਪਤਕਾਰਾਂ ਦੇ ਲਈ ਬਿਜਲੀ ਦੀ ਸਬਸਿਡੀ, ਕਿਉਂਕਿ ਬਿਜਲੀ ਬੜਾ ਅਹਿਮ ਮੁੱਦਾ ਹੈ, ਮੁਫਤ ਚ ਮਿਲ ਰਹੀ ਹੈ, ਪਰ ਉਸ ਦੇ ਪੈਸੇ ਕਿਤੇ ਨਾ ਕਿਤੇ ਸਰਕਾਰ ਨੇ ਤਾਂ ਭਰਨੇ ਨੇ ਨਾ, ਸਰਕਾਰ ਵੱਲੋਂ ਤਾਂ ਭੁਗਤਾਨ ਹੋਣਾ। ਬੇਸ਼ੱਕ ਸਾਡੇ ਤੇ ਬੋਝ ਨਹੀਂ ਪੈ ਰਿਹਾ। 7780 ਕਰੋੜ ਰੁਪਏ ਇਸ ਵਾਰ ਬਿਜਲੀ ਖਪਤਕਾਰਾਂ ਦੇ ਲਈ ਰੱਖੇ ਗਏ ਨੇ। ਸੋ ਬਿਜਲੀ ਦਾ ਜਿਹੜਾ ਖਪਤ ਹੁੰਦੀ ਹੈ ਉਸ ਦੇ ਲਈ ਜਿਹੜੀ ਕਿ ਵਰਤੀ ਜਾਣੀ ਹੈ। ਸੋ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਠੀਕ ਕਰਨ ਦੇ ਲਈ 26,295 ਕਰੋੜ ਰੁਪਇਆ ਬਜਟ ਦੇ ਵਿੱਚ ਤਜਵੀਜ਼ ਰੱਖੀ ਗਈ ਹੈ। ਸੋ ਆਲ ਓਵਰ ਬਜਟ ਦੇ ਬਾਰੇ ਤੁਹਾਡੀ ਕੀ ਰਾਏ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਬਜਟ ਦੇ ਵਿੱਚ ਕਿਹੜੀ ਚੀਜ਼ ਮਿਸ ਹੈ ਤੇ ਕਿਹੜੀ ਚੀਜ਼ ਇਸ ਦੇ ਵਿੱਚ ਧਿਆਨ ਦੇ ਕੇ ਤਿਆਰ ਕੀਤੀ ਗਈ ਹੈ ਜਿਸ ਤੋਂ ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ? ਪੰਜਾਬ ਆਉਣ ਵਾਲੇ 1 ਸਾਲ ਦੇ ਲਈ ਕਿਹੋ ਜੀ ਡਿਵੈਲਪਮੈਂਟ ਵੱਲ ਵਧੇਗਾ ਉਹ ਇਸ ਬਜਟ ਤੇ ਨਿਰਭਰ ਕਰਦਾ ਹੈ। ਇਸੇ ਕਰਕੇ ਜ਼ੋਰ ਦੇ ਕੇ ਤੁਹਾਨੂੰ ਸਧਾਰਨ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿੰਨਾ ਵੀ ਤੁਹਾਨੂੰ ਸਮਝ ਆਇਆ ਹੈ ਉਸ ਦੇ ਲਈ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ ਕਿ ਬਜਟ ਬਾਰੇ ਤੁਹਾਡੀ ਕੀ ਰਾਏ ਹੈ। ਮਨਪ੍ਰੀਤ ਜੀ ਕੋਲੋਂ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ। ਸੋ ਬਹੁਤ ਬਹੁਤ ਧੰਨਵਾਦ ਦਰਸ਼ਕੋ, ਜੁੜੇ ਰਹੋ ਸਾਡੇ ਨਾਲ। ਹਰ ਪਲ ਦੀ ਅਪਡੇਟ ਦਾ ਟੀਵੀ NRI ਤੇ ਹਰ ਵੇਲੇ ਤੁਹਾਡੇ ਲਈ ਲੈ ਕੇ ਪਹੁੰਚਦੇ ਹਾਂ। ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ, ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ। NRI Marriage Bureau. Find your perfect human.